प्यारे विद्यार्थियों ਅਤੇ ਰਿਸਪੈਕਟਡ ਟੀਚਰ ਸਾਹਿਬਾਨ, ਅੱਜ ਤੁਹਾਡਾ +1 ਦੇ ਇਸ ਲੈਕਚਰ ਵਿੱਚ ਸਵਾਗਤ ਹੈ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਭਾਰਤੀ ਆਰੀਆ, ਦ ਇੰਡੋ ਆਰੀਅਨਸ। ਜਿਵੇਂ ਕਿ ਤੁਸੀਂ ਇਹ ਸਭ ਨੇ ਸੁਣਿਆ ਹੀ ਹੋਵੇਗਾ ਕਿ ਆਰੀਆ ਲੋਕਾਂ ਨੂੰ ਸੰਸਾਰ ਦੀ ਸਭ ਤੋਂ ਸ਼੍ਰੇਸ਼ਠ ਜਾਤੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਇੱਥੋਂ ਤੱਕ ਕਿ ਜਰਮਨੀ ਦਾ ਰਾਜਾ ਹਿਟਲਰ ਵੀ ਆਪਣੇ ਆਪ ਨੂੰ ਇਹ ਕਹਾਉਣ ਵਿੱਚ ਬੜਾ ਫਖਰ ਮਹਿਸੂਸ ਕਰਦਾ ਸੀ। ਉਹ ਇਹ ਕਹਿੰਦਾ ਸੀ ਹਮੇਸ਼ਾ ਕਿ ਉਸ ਦੇ ਵੰਸ਼ਜ ਆਰੀਅਨ ਸਨ। ਜਦੋਂ ਕਿ ਜੇਕਰ ਅਸੀਂ ਗੱਲ ਕਰੀਏ ਤਾਂ ਭਾਰਤੀ ਲੋਕ ਉਹ ਸਾਰੇ ਹੀ ਆਰੀਅਨ ਲੋਕਾਂ ਦੀ ਸੰਤਾਨ ਸਨ। ਆਰੀਅਨ ਲੋਕ ਉਹਨਾਂ ਦੇ ਪੂਰਵਜ ਸਨ। ਤਾਂ ਇਸ ਤਰ੍ਹਾਂ ਅਸੀਂ ਅੱਜ ਵਿਸਥਾਰਪੂਰਵਕ ਭਾਰਤੀ ਆਰੀਆ ਦੇ ਬਾਰੇ ਮਹੱਤਵਪੂਰਨ ਜਾਣਕਾਰੀਆਂ ਹਾਸਲ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਲੈਕਚਰ ਬਹੁਤ ਚੰਗਾ ਲੱਗੇਗਾ ਔਰ ਨਾਲ ਨਾਲ ਤੁਸੀਂ ਇਸ ਦੇ ਮਹੱਤਵਪੂਰਨ ਪੁਆਇੰਟ ਉਹ ਨੋਟ ਵੀ ਕਰਦੇ ਜਾਣੇ ਹਨ, ਕਿਉਂਕਿ ਪ੍ਰੀਖਿਆ ਦੇ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਇਹ ਰਹਿਣਗੇ ਤੁਹਾਡੇ ਲਈ। ਤਾਂ ਇਸ ਤਰ੍ਹਾਂ ਵਿਦਿਆਰਥੀਓ ਅਸੀਂ ਸਟਾਰਟ ਕਰਦੇ ਹਾਂ ਕਿ ਜਿਵੇਂ ਕਿ ਆਪਾਂ ਹੁਣੇ ਹੀ ਗੱਲ ਕੀਤੀ ਹੈ ਕਿ ਆਰੀਆ ਭਾਰਤ ਦੀਆਂ ਸਭ ਤੋਂ ਔਰ ਸੰਸਾਰ ਦੀਆਂ ਸਭ ਤੋਂ ਸੱਭਿਆ ਜਾਤੀਆਂ ਦੇ ਵਿੱਚੋਂ ਇੱਕ ਸੀ। ਉਹ ਲੋਕ ਬਹੁਤ ਹੀ ਬਲਵਾਨ, ਬਹੁਤ ਹੀ ਬੁੱਧੀਮਾਨ, ਬਹੁਤ ਹੀ ਰਿਸ਼ਟ-ਪੁਸ਼ਟ, ਬਹੁਤ ਹੀ ਸ਼ਕਤੀਸ਼ਾਲੀ ਅਤੇ ਕਾਬਿਲ ਹੁੰਦੇ ਸਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਆਰੀਅਨ ਲੋਕ ਉਹਨਾਂ ਦਾ ਮੂਲ ਨਿਵਾਸ ਸਥਾਨ ਕਿਹੜਾ ਸੀ। ਉਹਨਾਂ ਦਾ ਮੂਲ ਨਿਵਾਸ ਸਥਾਨ ਕਿਹੜਾ ਸੀ ਕਿ ਓਰੀਜਨਲ ਹੋਮ ਆਫ ਦਾ ਆਰੀਅਨਸ। ਆਰੀਅਨ ਲੋਕ ਆਏ ਕਿੱਥੋਂ ਸਨ, ਇਸ ਦੇ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਹਨ, ਕਿਉਂਕਿ ਕੁਝ ਇਤਿਹਾਸਕਾਰ ਇਹ ਮੰਨਦੇ ਹਨ, ਜਿਵੇਂ ਕਿ ਫਸਟ ਪੁਆਇੰਟ ਤੁਸੀਂ ਸਲਾਈਡ ਤੇ ਦੇਖ ਰਹੇ ਹੋ, ਮੱਧ ਏਸ਼ੀਆ ਸੰਬੰਧੀ ਵਿਚਾਰ। ਜਰਮਨੀ ਦੇ ਪ੍ਰਸਿੱਧ ਵਿਦਵਾਨ ਮੈਕਸ ਮੂਲਰ ਦੇ ਮਤ ਦੇ ਅਨੁਸਾਰ ਭਾਰਤੀਆਂ, ਈਰਾਨੀਆਂ, ਯੂਨਾਨੀਆਂ, ਰੋਮਨਾਂ, ਜਰਮਨਾਂ ਅਤੇ ਅੰਗਰੇਜ਼ਾਂ ਦੇ ਪੂਰਵਜ ਬਹੁਤ ਪ੍ਰਾਚੀਨ ਕਾਲ ਵਿੱਚ ਮੱਧ ਏਸ਼ੀਆ ਦੇ ਵਿੱਚ ਰਹਿੰਦੇ ਸਨ। ਇਹਨਾਂ ਦੀ ਭਾਸ਼ਾਵਾਂ ਦੇ ਵਿੱਚ ਸਮਾਨਤਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੱਧ ਏਸ਼ੀਆ ਦੇ ਵਿੱਚ ਜਨਸੰਖਿਆ ਦੇ ਵੱਧ ਜਾਣ ਜਾਂ ਕਿਸੇ ਹੋਰ ਕਾਰਨ ਉਹਨਾਂ ਦੀ ਇੱਕ ਸ਼ਾਖਾ ਉਹ ਯੂਰਪ ਨੂੰ ਚਲੀ ਗਈ ਸੀ ਅਤੇ ਦੂਜੀ ਸ਼ਾਖਾ ਨੇ ਉੱਤਰੀ ਪੱਛਮੀ ਦਰਿਆ ਰਾਹੀਂ ਭਾਰਤ ਵਿੱਚ ਪ੍ਰਵੇਸ਼ ਕੀਤਾ, ਜੋ ਭਾਰਤੀ ਆਰੀਆ ਅਖਵਾਉਣ ਲੱਗ ਪਏ ਸੀ। ਸੈਕਿੰਡ ਪੁਆਇੰਟ ਹੈ ਸਾਡੇ ਕੋਲ ਆਸਟਰੀਆ ਹੰਗਰੀ ਸੰਬੰਧੀ ਵਿਚਾਰ। ਡਾਕਟਰ ਪੀ ਗਾਇਲਜ਼ ਅਤੇ ਮੈਕਡੋਨਲ ਦੇ ਵਿਚਾਰ ਦੇ ਅਨੁਸਾਰ ਆਰੀਆ ਦਾ ਮੁੱਢਲਾ ਨਿਵਾਸ ਸਥਾਨ ਮੱਧ ਯੂਰਪ ਵਿੱਚ ਆਸਟਰੀਆ ਹੰਗਰੀ ਸੀ, ਕਿਉਂਕਿ ਇਹ ਮੈਦਾਨ ਸ਼ਮਸ਼ੀਤ ਉਸ਼ਣ ਭੂਖੰਡ ਦੇ ਵਿੱਚ ਸਥਿਤ ਹੈਗਾ ਅਤੇ ਉਹ ਸਾਰੇ ਪਸ਼ੂ ਅਤੇ ਦਰਖਤ ਬੂਟੇ ਜਿਨ੍ਹਾਂ ਦੀ ਆਰੀਆ ਲੋਕ ਜਾਣਕਾਰੀ ਰੱਖਦੇ ਸਨ ਉਹ ਇਸ ਖੇਤਰ ਦੇ ਵਿੱਚ ਮਿਲਦੇ ਸਨ। ਇਸੇ ਤਰ੍ਹਾਂ ਥਰਡ ਪੁਆਇੰਟ ਹੈ ਸਾਡੇ ਕੋਲ ਕਿ ਉੱਤਰੀ ਧਰੁਵ ਖੰਡ ਸੰਬੰਧੀ ਵਿਚਾਰ। ਭਾਰਤ ਦੇ ਪ੍ਰਸਿੱਧ ਵਿਦਵਾਨ ਅਤੇ ਦੇਸ਼ ਭਗਤ ਬਾਲ ਗੰਗਾਧਰ ਤਿਲਕ ਦੇ ਵਿਚਾਰ ਦੇ ਅਨੁਸਾਰ ਆਰੀਆ ਦਾ ਮੂਲ ਨਿਵਾਸ ਸਥਾਨ ਉੱਤਰੀ ਧਰੁਵ ਖੰਡ ਦੇ ਵਿੱਚ ਉਹ ਲੋਕ ਸਥਿਤ ਸੀਗੇ ਔਰ ਉਹਨਾਂ ਦਾ, ਕਿਉਂਕਿ ਜਦੋਂ ਅਸੀਂ ਰਿਗਵੇਦ ਦੇ ਵਿੱਚ ਦੇਖਦੇ ਹਾਂ ਕਿ ਆਰੀਆ ਲੋਕ ਉਹ ਕਿੱਥੋਂ ਦੇ ਸਨ ਔਰ ਕਿੱਥੋਂ ਆਏ ਸਨ, ਤਾਂ ਉਸ ਦੇ ਵਿੱਚ ਜਿੰਨਾ ਪਸ਼ੂ ਪੰਛੀਆਂ, ਜਿੰਨਾ ਦਰਖਤਾਂ ਦਾ ਜ਼ਿਕਰ ਆਇਆ ਹੈ, ਤਾਂ ਅਸੀਂ ਕਿਉਂਕਿ ਉੱਥੇ ਉਸ ਵੇਲੇ 6 ਮਹੀਨੇ ਦਿਨ ਔਰ 6 ਮਹੀਨੇ ਰਾਤ ਰਹਿੰਦੀ ਸੀ ਔਰ ਇਹ ਮੰਨਿਆ ਜਾਂਦਾ ਹੈ ਕਿਉਂਕਿ ਬਾਲ ਗੰਗਾਧਰ ਤਿਲਕ ਇਹ ਮੰਨਦੇ ਹਨ ਕਿ ਆਰੀਆ ਲੋਕ ਉਹ ਉੱਤਰੀ ਧਰੁਵ ਖੰਡ ਦੇ ਵਿੱਚ ਪਹਿਲਾਂ ਰਹਿੰਦੇ ਸਨ, ਜੋ ਕਿ ਉੱਥੋਂ ਭਾਰਤ ਦੇ ਵਿੱਚ ਆਏ ਸਨ। ਇਸ ਤਰ੍ਹਾਂ ਨੈਕਸਟ ਪੁਆਇੰਟ ਹੈ ਸਾਡੇ ਕੋਲ ਤਿੱਬਤ ਸੰਬੰਧੀ ਵਿਚਾਰ। ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਕਿ ਇਹ ਤਿੱਬਤ ਦਾ ਏਰੀਆ ਹੈ ਕਿ ਆਰੀਆ ਲੋਕਾਂ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਮੂਲ ਨਿਵਾਸ ਸਥਾਨ, ਓਰੀਜਨਲ ਹੋਮ ਟਾਊਨ ਉਹ ਤਿੱਬਤ ਸੀ, ਕਿ ਉਹ ਤਿੱਬਤ ਦੇ ਵੱਲੋਂ ਹੀ ਆਏ ਸਨ। ਕਿ ਸਵਾਮੀ ਦਇਆਨੰਦ ਨੇ ਆਪਣੀ ਪੁਸਤਕ ਦੇ ਵਿੱਚ ਵੀ ਇਹ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਉਂਕਿ ਉਹਨਾਂ ਦੇ ਮੂਲ ਦੇਸ਼ ਤਿੱਬਤ ਦੇ ਵਿੱਚ ਬਹੁਤ ਸਰਦੀ ਪੈਂਦੀ ਸੀ ਅਤੇ ਜਿਨ੍ਹਾਂ ਪਸ਼ੂ ਪੰਛੀਆਂ ਦਾ ਜ਼ਿਕਰ ਰਿਗਵੇਦ ਦੇ ਵਿੱਚ ਆਇਆ ਹੈ ਉਹ ਭਾਰਤ ਦੇ ਵਿੱਚ ਵੀ ਉਸ ਵੇਲੇ ਮਿਲਦੇ ਸਨ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਆਰੀਆ ਦਾ ਮੂਲ ਨਿਵਾਸ ਸਥਾਨ ਤਿੱਬਤ ਸੀ। ਨੈਕਸਟ ਹੈ ਵਿਦਿਆਰਥੀਓ ਸਾਡੇ ਕੋਲ ਸਪਤ ਸਿੰਧੂ ਸੰਬੰਧੀ ਵਿਚਾਰ। ਸਪਤ ਸਿੰਧੂ ਭਾਵ ਕਿ 7 ਦਰਿਆਵਾਂ ਦੀ ਧਰਤੀ।
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਵੇਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ 5 ਦਰਿਆਵਾਂ ਦੀ ਧਰਤੀ ਅਸੀਂ ਪੰਜਾਬ ਨੂੰ ਮੰਨਦੇ ਹਾਂ, ਜੇਹਲਮ, ਚਨਾਬ, ਰਾਵੀ, ਸਤਲੁਜ, ਬਿਆਸ। ਇਸੇ ਤਰ੍ਹਾਂ 2 ਦਰਿਆ ਵਿਦਿਆਰਥੀਓ ਹੋਰ ਸਨ, ਉਹ ਸਨ ਸਿੰਧ ਅਤੇ ਸਰਸਵਤੀ। ਇਸ ਕਰਕੇ ਸਪਤ ਸਿੰਧੂ ਕਿਹਾ ਜਾਂਦਾ ਹੈ। ਜਿਵੇਂ ਕਿ ਨੀਚੇ ਤੁਸੀਂ ਦੇਖੋ ਕਿ ਇਸ ਦੇ ਵਿੱਚ ਇਹ ਸਿੰਧ ਦਰਿਆ ਹੈ। ਇਸੇ ਤਰ੍ਹਾਂ ਇਹ ਜੇਹਲਮ, ਇਹਨਾਂ ਦੇ ਪੁਰਾਣੇ ਨਾਮ ਨੇ ਜੇਹਲਮ, ਚਨਾਬ, ਰਾਵੀ, ਸਤਲੁਜ। ਇਹ ਉੱਪਰ ਇਹ ਬਿਆਸ ਨਦੀ ਹੈਗੀ ਹੈ, ਇਹ ਇਹਨਾਂ ਦੇ ਆਧੁਨਿਕ, ਇਹ ਉਹਨਾਂ ਦੇ ਵਿਦਿਆਰਥੀਓ ਪੁਰਾਣੇ ਨਾਮ ਨੇ ਸਾਰੇ। ਆਹ ਦੇਖੋ ਤੁਸੀਂ, ਇਹ ਤੁਸੀਂ ਹੜੱਪਾ ਇੱਥੇ ਦੇਖ ਰਹੇ ਹੋ। ਇਸੇ ਤਰ੍ਹਾਂ ਇਹ ਸਾਰਾ ਇਲਾਕਾ ਜਿਹੜਾ ਸੀ ਮੰਨਿਆ ਜਾਂਦਾ ਕਿ ਉਹਨਾਂ ਦਾ ਮੂਲ ਨਿਵਾਸ ਸਥਾਨ ਇੱਥੇ ਸੀਗਾ। ਜਿਵੇਂ ਕਿ ਅਵਿਨਾਸ਼ ਚੰਦਰ ਦਾਸ ਦੇ ਮਤ ਅਨੁਸਾਰ ਆਰੀਆ ਲੋਕ ਕਿਸੇ ਦੂਸਰੇ ਦੇਸ਼ ਤੋਂ ਨਹੀਂ ਆਏ ਸਨ, ਸਗੋਂ ਭਾਰਤ ਦੇ ਹੀ ਆਦ ਨਿਵਾਸੀ ਸਨ ਅਤੇ ਉਹਨਾਂ ਦਾ ਮੂਲ ਨਿਵਾਸ ਸਥਾਨ ਭਾਰਤ ਦੇ ਉੱਤਰ ਪੱਛਮ ਵਿੱਚ ਸਪਤ ਸਿੰਧੂ ਸੀ। ਇਸ ਤਰ੍ਹਾਂ ਅਸੀਂ ਮੰਨਦੇ ਹਾਂ ਕਿ ਉਹ ਸਪਤ ਸਿੰਧੂ ਦੇ ਵਿੱਚ ਹੀ ਆਲਰੇਡੀ ਉਹ ਰਹਿੰਦੇ ਸਨ। ਉਸ ਤੋਂ ਬਾਅਦ ਅਸੀਂ ਸਿੱਟੇ ਦੀ ਗੱਲ ਕਰਦੇ ਹਾਂ, ਕਨਕਲੂਜਨ ਕੱਢਦੇ ਹਾਂ ਕਿ ਉਹ ਐਕਚੁਅਲ ਦੇ ਵਿੱਚ ਹੈ ਕਿੱਥੋਂ ਦੇ ਸਨ। ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਪ੍ਰੋਫੈਸਰ ਆਰ.ਐਸ. ਸ਼ਰਮਾ ਵਰਗੇ ਆਧੁਨਿਕ ਵਿਦਵਾਨ ਵੀ ਮੰਨਦੇ ਹਨ ਕਿ ਮੂਲ ਰੂਪ ਵਿੱਚ ਆਰੀਆ ਦੱਖਣੀ ਰੂਸ ਅਤੇ ਮੱਧ ਏਸ਼ੀਆ ਦੇ ਵਿਚਾਲੇ ਦੇ ਖੇਤਰ ਵਿੱਚ ਉਹ ਰਹਿੰਦੇ ਸਨ, ਕਿ ਇਸ ਏਰੀਆ ਦੇ ਥਾਣੀ ਇਹ ਲੋਕ ਐਂਟਰ ਕੀਤੇ ਸੀ ਭਾਰਤ ਦੇ ਵਿੱਚ। ਕਿਉਂਕਿ ਜਿੰਨੇ ਵੀ ਕਿਉਂਕਿ ਦੇਖੋ ਵਿਦਿਆਰਥੀਓ, ਇੰਡੀਆ ਦੇ 3 ਪਾਸੇ ਸਮੁੰਦਰ ਲੱਗਦਾ, ਇੱਥੇ ਅਰੇਬੀਅਨ ਸੀ ਹੈ, ਨੀਚੇ ਇੰਡੀਅਨ ਓਸ਼ੀਅਨ ਹੈ, ਇਧਰ ਬੇ ਆਫ ਬੰਗਾਲ ਹੈ, ਔਰ ਇਸ ਪਾਸੇ ਸਾਰਾ ਹਿਮਾਲਿਆ ਪਰਬਤ ਸੀ। ਔਰ ਇਸ ਕਰਕੇ ਕੋਈ ਵੀ ਵਿਦੇਸ਼ੀ ਹਮਲਾਵਰ ਜਦੋਂ ਆਉਂਦਾ ਸੀ ਔਰ ਉਹ ਇਸ ਰਾਸਤੇ ਥਾਣੀ ਹੀ ਭਾਰਤ ਦੇ ਵਿੱਚ ਆਉਂਦਾ ਸੀ। ਤਾਂ ਅਸੀਂ ਮੰਨਦੇ ਹਾਂ ਕਿ ਆਰੀਆ ਦਾ ਮੂਲ ਨਿਵਾਸ ਸਥਾਨ ਭਾਰਤ ਵਿੱਚ ਹੀ ਸੀਗਾ। ਔਰ ਇਸ ਦੇ ਸੰਬੰਧ ਦੇ ਵਿੱਚ ਬਹੁਤ ਮਹੱਤਵਪੂਰਨ ਦਲੀਲਾਂ ਵੀ ਦਿੱਤੀਆਂ ਗਈਆਂ, ਕਿਉਂਕਿ ਆਰੀਆ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਕਿਤੇ ਵੀ ਉਲੇਖ ਨਹੀਂ ਕੀਤਾ ਗਿਆ ਕਿ ਉਹ ਲੋਕ ਭਾਰਤ ਤੋਂ ਬਾਹਰ ਦੇ ਸਨ। ਇਸੇ ਤਰ੍ਹਾਂ ਚੀਨ, ਯੂਨਾਨ, ਮੱਧ ਏਸ਼ੀਆ, ਮਿਸਰ ਆਦਿ ਦੇਸ਼ਾਂ ਦੇ ਇਤਿਹਾਸ ਵਿੱਚ ਇਹ ਸੰਕੇਤ ਨਹੀਂ ਮਿਲਦਾ ਕਿ ਆਰੀਆ ਲੋਕ ਮੱਧ ਏਸ਼ੀਆ ਵਿੱਚ ਰਹਿੰਦੇ ਸਨ। ਔਰ ਪ੍ਰਾਚੀਨ ਭਾਰਤੀ ਸਾਹਿਤ ਦੇ ਵਿੱਚ ਮਨੁੱਖ ਜਾਤੀ ਦਾ ਉਤਪਤੀ ਦਾ ਸਥਾਨ ਉਹ ਹਿਮਾਲਿਆ ਦਾ ਖੇਤਰ ਦੱਸਿਆ ਗਿਆ। ਇਸ ਤੋਂ ਬਾਅਦ ਅਸੀਂ ਨੈਕਸਟ ਵਿਦਿਆਰਥੀਓ ਗੱਲ ਕਰਾਂਗੇ ਕਿ ਉਹ ਕਿਹੜੇ ਸੋਰਸਿਸ ਨੇ ਸਾਡੇ ਕੋਲ, ਉਹ ਕਿਹੜੇ ਸੋਮੇ ਨੇ, ਕਿਹੜੇ ਸਰੋਤ ਨੇ ਜਿਨ੍ਹਾਂ ਤੋਂ ਸਾਨੂੰ ਭਾਰਤੀ ਆਰੀਆ ਦੀ ਜਾਣਕਾਰੀ ਮਿਲਦੀ ਹੈ। ਜਿਵੇਂ ਕਿ ਤੁਸੀਂ ਉੱਪਰ ਦੇਖ ਰਹੇ ਹੋ ਕਿ ਭਾਰਤੀ ਆਰੀਆ ਦੀ ਜਾਣਕਾਰੀ ਦਾ ਸੋਮਾ ਸਾਹਿਤਿਕ ਗਵਾਹੀ, ਸੋਰਸ ਆਫ ਦਾ ਇੰਡੋ ਆਰੀਅਨਸ ਲਿਟਰੇਰੀ ਐਵੀਡੈਂਸ। ਕਿਉਂਕਿ ਜਿੱਥੇ ਸਿੰਧ ਘਾਟੀ ਸੱਭਿਅਤਾ ਦੀ ਜਾਣਕਾਰੀ ਦਾ ਇੱਕੋ ਇੱਕ ਸੋਮਾ ਪੁਰਾਤੱਤਵ ਗਵਾਹੀ ਹੈ ਸਾਡੇ ਕੋਲ, ਆਰਕੀਓਲੋਜੀਕਲ ਐਵੀਡੈਂਸ ਹੈਗੇ ਨੇ, ਕਿਉਂਕਿ ਉਹਨਾਂ ਨੇ ਹੀ ਵੱਖ-ਵੱਖ ਸਥਾਨਾਂ ਤੇ ਖੁਦਾਈਆਂ ਕੀਤੀਆਂ ਔਰ ਉਹਨਾਂ ਤੋਂ ਹੀ ਸਾਨੂੰ ਜਾਣਕਾਰੀ ਮਿਲਦੀ ਹੈ ਭਾਰਤੀ ਆਰੀਆਂ ਦੇ ਬਾਰੇ। ਭਾਰਤੀ ਆਰੀਆ ਨੇ ਉੱਚ ਕੋਟੀ ਦੇ ਸਾਹਿਤ ਦੀ ਰਚਨਾ ਕੀਤੀ ਸੀ, ਜਿਸ ਦਾ ਵਰਣਨ ਜਿਹੜਾ ਕਿ ਤੁਸੀਂ ਨੀਚੇ ਦੇਖ ਰਹੇ ਹੋ। ਸਭ ਤੋਂ ਪਹਿਲਾਂ ਹੈ ਵੈਦਿਕ ਲਿਟਰੇਚਰ, ਵੈਦਿਕ ਸਾਹਿਤ। ਵੈਦਿਕ ਸਾਹਿਤ ਸਭ ਤੋਂ ਵੱਡਾ ਅੰਗ ਵੇਦ ਹਨ, ਜੋ ਕਿ ਗਿਣਤੀ ਦੇ ਵਿੱਚ 4 ਹਨ। ਜਿਵੇਂ ਕਿ ਤੁਸੀਂ ਨੀਚੇ ਦੇਖ ਰਹੇ ਹੋ ਕਿ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵੇਦ। ਵਿਦਿਆਰਥੀਓ, ਇਹ 1 ਮਾਰਕਸ ਦਾ ਕੁਐਸਚਨ ਵੀ ਪ੍ਰੀਖਿਆ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ 4 ਵੇਦਾਂ ਦੇ ਨਾਮ ਦੱਸੋ। ਤੁਸੀਂ ਦੱਸ ਸਕਦੇ ਹੋ ਕਿ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵੇਦ। ਸੰਸਾਰ ਦਾ ਸਭ ਤੋਂ ਪੁਰਾਣਾ ਗ੍ਰੰਥ ਉਹ ਰਿਗਵੇਦ ਸੀ। ਔਰ ਰਿਗਵੇਦ ਦੇ ਵਿੱਚ ਜਿਵੇਂ ਕਿ ਤੁਸੀਂ ਦੇਖੋ, ਇਹ ਸਾਨੂੰ ਲਿਟਰੇਚਰ ਇੱਥੇ ਦਿਖਾਇਆ ਗਿਆ ਹੈਗਾ, ਤੁਸੀਂ ਦੇਖ ਰਹੇ ਹੋਵੋਗੇ। ਇਹ ਨੀਚੇ ਮਹਾਭਾਰਤ, ਜਿਵੇਂ ਕਿ ਇਹ ਲਿਖਿਆ ਰਾਮਾਇਣ ਅਤੇ ਮਹਾਭਾਰਤ। ਪਹਿਲਾਂ ਅਸੀਂ ਰਿਗਵੇਦ ਦੇ ਅਤੇ ਸਾਮਵੇਦ, ਯਜੁਰਵੇਦ ਅਤੇ ਅਥਰਵੇਦ ਦੀ ਗੱਲ ਕਰਦੇ ਹਾਂ ਕਿ ਉਹ ਉਸ ਵੇਲੇ ਇਹਨਾਂ ਦੇ ਵਿੱਚ ਮੰਤਰ ਦਿੱਤੇ ਗਏ ਸਨ ਅਤੇ ਆਰੀਆ ਦੇ ਸਭ ਤੋਂ ਵਧੇਰੇ ਮੰਨੇ ਪਰਮੰਨੇ ਗ੍ਰੰਥ ਸਨ। ਔਰ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ, ਜਿਵੇਂ ਕਿ ਤੁਹਾਨੂੰ ਦੱਸਿਆ ਮੈਂ, ਕਿ ਉਹ ਰਿਗਵੇਦ ਹੁੰਦੀ ਸੀ, ਰਿਗਵੇਦ। ਔਰ ਇਸ ਨੂੰ ਵੇਦਾਂ ਵਿੱਚ ਸਭ ਤੋਂ ਮਹੱਤਵਪੂਰਨ ਹੋਣ ਦਾ ਵੀ ਮਾਣ ਪ੍ਰਾਪਤ ਹੈ। ਇਸ ਵਿੱਚ 10,500 ਮੰਤਰ ਹਨ ਅਤੇ 1028 ਉਹ ਸੂਕਤ ਹਨ। ਔਰ ਅੱਗੇ ਅਸੀਂ ਚੱਲਦੇ ਹਾਂ, ਰਾਮਾਇਣ ਅਤੇ ਮਹਾਭਾਰਤ ਦੀ ਗੱਲ ਕਰਦੇ ਹਾਂ, ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਾਮਾਇਣ ਦੇ ਵਿੱਚ ਕੁੱਲ 24,000 ਸ਼ਲੋਕ ਉਹ ਲਿਖੇ ਗਏ ਹਨ। ਔਰ ਇਸੇ ਤਰ੍ਹਾਂ ਮਹਾਭਾਰਤ ਦੇ ਵਿੱਚ 1 ਲੱਖ ਤੋਂ ਵੀ ਵੱਧ ਸ਼ਲੋਕ ਹਨ। ਇਹ ਇੱਕ ਸਭ ਤੋਂ ਵੱਡੀ ਸੰਸਾਰ ਦੀ ਉਹ ਕਵਿਤਾ ਹੈ।
ਔਰ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੈਦਿਕ ਲਿਟਰੇਚਰ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈਗੀ ਹੈ। ਉਸ ਤੋਂ ਬਾਅਦ ਵਿਦਿਆਰਥੀਓ ਅੱਗੇ ਚੱਲਦੇ ਹਾਂ ਅਸੀਂ ਕਿ ਆਰੀਆ ਦੀਆਂ ਭਾਰਤ ਵਿੱਚ ਮੁੱਢਲੀਆਂ ਬਸਤੀਆਂ ਅਤੇ ਪ੍ਰਸਾਰ, अर्ली सैटलमेंट्स एंड एक्सपेंशन ऑफ आर्यंस, कि आर्या लोग जदों भारत विच आए तो सब तो पहला उन्होंने अपनी कित्थे कित्थे बस्तियां कायम कीतियां सी और उस तो बाद वो किहड़े इलाकिਆਂ ਦੇ ਵੱਲ ਵਧੇ ਸਨ। जिवें कि तुसीं नीचे देख रहे हो कि मुढ़लियां बस्तियां दे बारे डॉक्टर ए डी पुसालकर के कथन अनुसार ऋग्वेद के मंत्रां विच दस्सिया गया है कि आर्या का विस्तार खेतर अफगानिस्तान, पंजाब, ਸਿੰਧ ਅਤੇ ਰਾਜਪੂਤਾਨਾ ਦੇ ਕੁਝ ਭਾਗ, ਇਸੇ ਤਰ੍ਹਾਂ ਉੱਤਰੀ ਪੱਛਮੀ ਸੀਮਾ ਪ੍ਰਾਂਤ, ਕਸ਼ਮੀਰ ਅਤੇ ਸਰਯੂ ਤੱਕ ਦਾ ਪੂਰਬੀ ਭਾਰਤ ਸੀ। ਉਸ ਤੋਂ ਬਾਅਦ ਹੈ ਨੈਕਸਟ ਤੁਸੀਂ ਦੇਖ ਰਹੇ ਹੋ ਕਿ ਪੂਰਬ ਅਤੇ ਦੱਖਣ ਦੇ ਵੱਲ ਪ੍ਰਸਾਰ, ਕਿ ਉਹ ਪੂਰਬ ਦੇ ਵੱਲ ਪਹਿਲਾਂ ਉਹਨਾਂ ਨੇ ਆਪਣੀਆਂ ਬਸਤੀਆਂ ਕਾਇਮ ਕੀਤੀਆਂ ਸੀ ਔਰ ਉਸ ਤੋਂ ਬਾਅਦ ਉਹ ਪੂਰਬ ਤੋਂ ਦੱਖਣ ਦੇ ਵੱਲ ਉਹ ਵਧਣੇ ਸ਼ੁਰੂ ਹੋ ਗਏ ਸਨ। ਉਹਨਾਂ ਨੇ ਉੱਥੇ ਆਪਣੀਆਂ ਬਸਤੀਆਂ ਉਹ ਕਾਇਮ ਕਰ ਲਿਆ ਸੀ। ਇਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਕਿ ਰਾਜਨੀਤਿਕ ਸੰਗਠਨ, ਗਣਤੰਤਰ ਅਤੇ ਰਾਜਤੰਤਰ, ਪੋਲੀਟੀਕਲ ਆਰਗੇਨਾਈਜੇਸ਼ਨਸ, ਰਿਪਬਲਿਕਸ ਐਂਡ ਮੋਨਾਰਚੀਜ਼। ਪਹਿਲਾਂ ਅਸੀਂ ਇਹ ਜਾਣਿਆ ਵਿਦਿਆਰਥੀਓ ਕਿ ਆਰੀਆ ਲੋਕ ਭਾਰਤ ਵਿੱਚ ਆ ਕੇ ਸੈਟਲ ਹੋ ਗਏ ਸੀ, ਉਹਨਾਂ ਨੇ ਭਾਰਤ ਵਿੱਚ ਆ ਕੇ ਆਪਣੀਆਂ ਬਸਤੀਆਂ ਕਾਇਮ ਕਰ ਲਈਆਂ ਸੀ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਰਾਜਨੀਤਿਕ ਸੰਗਠਨ ਦੀ ਕਿ ਉਹ ਕਿਸ ਤਰੀਕੇ ਨਾਲ ਆਪਣਾ ਪੋਲੀਟੀਕਲ ਆਰਗੇਨਾਈਜੇਸ਼ਨ ਆਪਣੀ ਚਲਾਉਂਦੇ ਸੀਗੇ। ਫਸਟ ਹੈ ਸਾਡੇ ਕੋਲ ਰਿਗਵੈਦੀ ਕਾਲ ਦੇ ਕਬੀਲੇ ਅਤੇ ਉਹਨਾਂ ਦੀ ਰਾਜ ਵਿਵਸਥਾ, ਕਿ ਉਹ ਕਿਹੜੇ ਤਰੀਕਿਆਂ ਦੇ ਨਾਲ ਆਪਣੀ ਰਾਜ ਵਿਵਸਥਾ ਨੂੰ ਚਲਾਉਂਦੇ ਸਨ। ਸਭ ਤੋਂ ਪਹਿਲਾਂ ਹੈ ਸਰਦਾਰ, ਜਿਸ ਨੂੰ ਰਾਜਾ ਵੀ ਕਿਹਾ ਜਾਂਦਾ ਸੀ, ਕਿੰਗ ਵੀ ਕਿਹਾ ਜਾਂਦਾ ਸੀ। ਉਹ ਆਪਣੇ ਪੂਰੇ ਇਲਾਕੇ ਦਾ, ਪੂਰੇ ਕਬੀਲੇ ਦਾ ਉਹ ਮੁਖੀਆ ਹੁੰਦਾ ਸੀ ਔਰ ਉਹ ਆਪਣੀ ਜਨਤਾ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਦਾ ਸੀ, ਨਿਆਂ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਉਹ ਸੈਟਲ ਕਰਕੇ ਰੱਖਦਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਜਾਂ ਉਸ ਦੇ ਕਬੀਲੇ ਵਿੱਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਨਾ ਹੋਵੇ। ਉਸ ਤੋਂ ਬਾਅਦ ਨੈਕਸਟ ਤੁਸੀਂ ਦੇਖ ਰਹੇ ਹੋ ਰਾਜ ਅਧਿਕਾਰੀਆਂ ਦੇ ਬਾਰੇ ਕਿ ਕਿਹੜੇ ਕਿਹੜੇ ਉਸ ਵੇਲੇ ਰਾਜ ਅਧਿਕਾਰੀ ਸਨ। ਕਿ ਰਾਜੇ ਦੀ ਸਹਾਇਤਾ ਲਈ ਪੁਰੋਹਿਤ ਅਤੇ ਸੈਨਾਨੀ ਦੋ ਮੁੱਖ ਅਧਿਕਾਰੀ ਹੁੰਦੇ ਸਨ। ਪੁਰੋਹਿਤ ਰਾਜੇ ਨੂੰ ਧਾਰਮਿਕ ਕੰਮਾਂ ਦੇ ਵਿੱਚ ਸਲਾਹ ਮਸ਼ਵਰਾ ਦਿੰਦਾ ਸੀ ਔਰ ਉਹਨਾਂ ਦੀ ਮਦਦ ਕਰਦਾ ਸੀ। ਇਸੇ ਤਰ੍ਹਾਂ ਜੋ ਗ੍ਰਾਮੀਣ ਸੀ ਉਹ ਗ੍ਰਾਮ ਦਾ ਮੁਖੀ ਹੁੰਦਾ ਸੀ। ਇਸ ਤੋਂ ਇਲਾਵਾ ਦੂਤ ਅਤੇ ਸ਼ਪਸ਼, ਜਿਸ ਨੂੰ ਜਸੂਸ ਵੀ ਕਿਹਾ ਜਾਂਦਾ ਸੀ, ਉਹ ਵੀ ਰਾਜੇ ਦੇ ਸਹਾਇਕ ਹੁੰਦੇ ਸਨ। ਨੈਕਸਟ ਹੈ ਵਿਦਿਆਰਥੀਓ ਸਭਾ ਅਤੇ ਸੰਮਤੀ। ਸਭਾ ਅਤੇ ਸੰਮਤੀ ਦੇ ਬਾਰੇ ਵੀ ਵਿਦਿਆਰਥੀਓ ਪ੍ਰੀਖਿਆ ਦੇ ਵਿੱਚ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕਿ ਸਭਾ ਤੋਂ ਕੀ ਭਾਵ ਹੈ। ਪੂਰੇ ਕਬੀਲੇ ਦੇ ਜੋ ਵੀ ਬਹੁਤ ਸਿਆਣੇ ਵਿਅਕਤੀ ਹੁੰਦੇ ਸਨ, ਜੋ ਬਜ਼ੁਰਗ ਵਿਅਕਤੀ ਹੁੰਦੇ ਸਨ, ਉਹਨਾਂ ਦੇ ਕੁਝ ਵਿਅਕਤੀਆਂ ਨੂੰ ਜੋੜ ਕੇ ਉਸ ਨੂੰ ਸਭਾ ਕਿਹਾ ਜਾਂਦਾ ਸੀ, ਜਿਹੜੇ ਕਿ ਮਹੱਤਵਪੂਰਨ ਫੈਸਲੇ ਲੈਂਦੇ ਸਨ। ਔਰ ਸੰਮਤੀ ਵਿੱਚ ਸਾਰੇ ਕਬੀਲੇ ਦੇ ਲੋਕਾਂ ਦਾ ਉਹ ਸੰਗਠਨ ਹੁੰਦਾ ਸੀ ਅਤੇ ਉਹ ਕਬੀਲੇ ਸੰਬੰਧੀ ਮਹੱਤਵਪੂਰਨ ਮਾਮਲਿਆਂ ਦੇ ਫੈਸਲੇ ਉਸ ਜਗ੍ਹਾ ਤੇ ਕੀਤੇ ਜਾਂਦੇ ਸਨ ਔਰ ਉਸ ਦੇ ਵਿੱਚ ਸਾਰੇ ਲੋਕ ਆਪਣੀਆਂ ਆਪਣੀਆਂ ਸਲਾਹਾਂ ਦਿੰਦੇ ਸਨ। ਉਸ ਤੋਂ ਬਾਅਦ ਨੈਕਸਟ ਹੈ ਉੱਤਰ ਵੈਦਿਕ ਕਾਲ ਦੇ ਕਬੀਲੇ ਅਤੇ ਵੱਡੇ ਰਾਜਾਂ ਦੀ ਸਥਾਪਨਾ। ਟ੍ਰਾਈਬਸ ਆਫ ਲੇਟਰ ਵੈਦਿਕ ਏਜ ਐਂਡ ਰਾਈਜ਼ ਆਫ ਪਾਵਰਫੁਲ ਸਟੇਟਸ। ਉੱਤਰ ਵੈਦਿਕ ਕਾਲ ਵਿੱਚ ਰਿਗਵੈਦਿਕ ਕਾਲ ਦੇ ਕਬੀਲਿਆਂ ਦੀ ਸ਼ਕਤੀ ਖਤਮ ਹੋ ਗਈ ਸੀ ਅਤੇ ਉਹਨਾਂ ਦੇ ਸਥਾਨ ਤੇ ਕੁਰੂ, ਪੰਚਾਲ, ਕਾਂਸ਼ੀ, ਕੌਸ਼ਲ, ਵਿਧੋ, ਮਗਧ, ਵੰਗ ਆਦਿ ਕਬੀਲਿਆਂ ਦੇ ਰਾਜ ਸਥਾਪਿਤ ਹੋ ਗਏ ਸੀ। ਕੁਰੂ ਉਹਨਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਜਿਹੜਾ ਕਿ ਉਹ ਇੱਕ ਕਬੀਲਾ ਸੀਗਾ, ਇੱਕ ਰਾਜ ਸੀਗਾ ਉਸ ਵੇਲੇ। ਇਸ ਤਰ੍ਹਾਂ ਹੌਲੀ ਹੌਲੀ ਕਈ ਛੋਟੇ ਛੋਟੇ ਰਾਜ ਉਹ ਭਾਰਤ ਦੇ ਵਿੱਚ ਸਥਾਪਿਤ ਹੋ ਗਏ ਸੀ, ਨਾਲ ਉਹ ਬਹੁਤ ਹੀ ਜ਼ਿਆਦਾ ਵਿਸ਼ਾਲ ਵੀ ਸਨ। 600 ਈਸਵੀ ਪੂਰਵ ਦੇ ਲਗਭਗ ਭਾਰਤ ਵਿੱਚ ਬੌਧੀ ਗ੍ਰੰਥਾਂ ਅਨੁਸਾਰ 16 ਮਹਾਜਨਪਦ ਜਾਂ ਵੱਡੇ ਰਾਜ ਉਹ ਕਾਇਮ ਹੋ ਚੁੱਕੇ ਸਨ, ਜਿਨ੍ਹਾਂ ਵਿੱਚੋਂ ਕਾਂਸ਼ੀ, ਕੌਸ਼ਲ, ਮਗਧ, ਅੰਗ, ਵੱਜੀ, ਮਲ, ਵਤਸ, ਕੁਰੂ, ਮਤਸਯ, ਇਹ ਸਾਰੇ ਮਹੱਤਵਪੂਰਨ ਰਾਜ ਉਸ ਵੇਲੇ ਹੁੰਦੇ ਸਨ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਗਣਤੰਤਰੀ ਰਾਜਾਂ ਦੀ ਰਾਜ ਵਿਵਸਥਾ ਦੇ ਬਾਰੇ ਕਿ ਕਿਸ ਤਰ੍ਹਾਂ ਨਾਲ ਗਣਤੰਤਰੀ ਰਾਜਾਂ ਦੀ ਰਾਜ ਵਿਵਸਥਾ ਉਹ ਚਲਾਈ ਜਾਂਦੀ ਸੀ। ਫਸਟ ਹੈ ਇਸ ਦੇ ਵਿੱਚ ਪ੍ਰਤੀਨਿਧ ਸਭਾ ਅਤੇ ਰਾਜਾ।
ਗਣਰਾਜਾਂ ਦੀ ਰਾਜ ਵਿਵਸਥਾ ਰਿਗਵੈਦਿਕ ਕਾਲ ਦੇ ਕਬੀਲਿਆਂ ਦੀ ਰਾਜ ਵਿਵਸਥਾ ਵਾਂਗ ਲੋਕਤੰਤਰੀ ਸਿਧਾਂਤਾਂ ਅਨੁਸਾਰ ਸੀ ਔਰ ਸਰਕਾਰ ਦਾ ਕੰਮ ਕਬੀਲੇ ਦੀ ਪ੍ਰਤੀਨਿਧ ਸਭਾ ਰਾਹੀਂ ਚਲਾਇਆ ਜਾਂਦਾ ਸੀ। ਪ੍ਰਤੀਨਿਧਾਂ ਵਿੱਚੋਂ ਕਿਸੇ ਵੀ ਇੱਕ ਨੂੰ ਸਭਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ, ਭਾਵੇਂ ਉਸ ਨੂੰ ਰਾਜਾ ਕਿਹਾ ਜਾਂਦਾ ਸੀ, ਪਰੰਤੂ ਉਸ ਦੀ ਸਥਿਤੀ ਇੱਕ ਸਰਦਾਰ ਵਰਗੀ ਹੁੰਦੀ ਸੀ, ਉਹ ਸਮਰਾਟ ਵਰਗੀ ਨਹੀਂ ਹੁੰਦੀ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪ੍ਰਤੀਨਿਧੀ ਸਭਾ ਅਤੇ ਰਾਜਾ ਇਹ ਦੋਨਾਂ ਦੀ ਪੋਜੀਸ਼ਨ ਆਪਣੀ ਆਪਣੀ ਜਗ੍ਹਾ ਤੇ ਆਲਮੋਸਟ, ਕਿਉਂਕਿ ਰਾਜਾ ਜੋ ਉਹ ਆਪਣੇ ਪੂਰੇ ਰਾਜ ਦੇ ਲਈ ਸੋਚਦਾ ਸੀ ਔਰ ਪ੍ਰਤੀਨਿਧੀ ਸਭਾ ਉਸ ਪਾਰਟਿਕੂਲਰ ਇੱਕ ਜੋ ਏਰੀਆ ਹੁੰਦਾ ਸੀ ਜਿਸ ਦਾ ਉਹ ਪ੍ਰਧਾਨ ਬਣਿਆ ਹੁੰਦਾ ਸੀ, ਉਸ ਦੇ ਵਿੱਚ ਉਹ ਆਪਣੇ ਕੰਮ ਨੂੰ ਬਖੂਬੀ ਢੰਗ ਨਾਲ ਉਹ ਚਲਾਉਂਦਾ ਸੀ। ਤਾਂ ਇਸ ਤਰ੍ਹਾਂ ਦੇਖਦੇ ਹਾਂ ਅਸੀਂ ਵਿਦਿਆਰਥੀਓ ਕਿ ਗਣਤੰਤਰੀ ਰਾਜਾਂ ਦੀ ਰਾਜ ਵਿਵਸਥਾ ਦੇ ਵਿੱਚ ਹੌਲੀ ਹੌਲੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ ਕਿ ਸਾਰਾ ਕੁਝ ਬੜਾ ਹੀ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਕੰਮ ਉਹ ਕੀਤਾ ਜਾਣ ਲੱਗ ਪਿਆ ਸੀ। ਅੱਗੇ ਨੈਕਸਟ ਹੈ ਸਾਡੇ ਕੋਲ ਰਾਜ ਅਧਿਕਾਰੀ। ਰਾਜ ਅਧਿਕਾਰੀਆਂ ਦੇ ਵਿੱਚ ਉਸ ਵੇਲੇ ਸੈਨਾਨੀ, ਖਜ਼ਾਨਚੀ ਆਦਿ ਹੁੰਦੇ ਸਨ ਜੋ ਰਾਜੇ ਦੀ ਹੈਲਪ ਕਰਦੇ ਸੀਗੇ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਸੰਘੀ ਗਣਰਾਜਾਂ ਵਿੱਚ ਕਬੀਲਿਆਂ ਦੀ ਸੁਤੰਤਰਤਾ। ਸੰਘੀ ਰਾਜਾਂ ਦੇ ਵਿੱਚ ਕਬੀਲਿਆਂ ਦੀ ਸੁਤੰਤਰਤਾ ਕਿ ਜਿਸ ਤਰ੍ਹਾਂ 8 ਕਬੀਲਿਆਂ ਦੇ ਸੰਘ ਨਾਲ ਵੱਜੀ ਦਾ ਵਿਸ਼ਾਲ ਗਣਰਾਜ ਉਸ ਵੇਲੇ ਜ਼ਰੂਰ ਸਥਾਪਿਤ ਹੋ ਗਿਆ ਸੀ, ਪਰੰਤੂ ਇਸ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਕਬੀਲੇ ਦਾ ਅੰਦਰੂਨੀ ਮਾਮਲਿਆਂ ਦੇ ਵਿੱਚ ਪੂਰਨ ਸੁਤੰਤਰਤਾ ਦਾ ਦਰਜਾ ਸੀ ਅਤੇ ਇਹ ਸਾਰੇ ਕਬੀਲੇ ਹਰ ਲਿਹਾਜ਼ ਦੇ ਨਾਲ, ਹਰ ਤਰੀਕੇ ਦੇ ਨਾਲ ਉਹ ਇਕੁਅਲ ਹੁੰਦੇ ਸਨ, ਉਹ ਬਰਾਬਰ ਹੁੰਦੇ ਸਨ। ਨੈਕਸਟ ਹੈ ਵਿਦਿਆਰਥੀਓ ਰਾਜਤੰਤਰੀ ਰਾਜਾਂ ਦੀ ਰਾਜ ਵਿਵਸਥਾ। ਪਹਿਲਾਂ ਅਸੀਂ ਕੀਤਾ ਹੈ ਗਣਤੰਤਰੀ ਰਾਜਾਂ ਦੀ ਰਾਜ ਵਿਵਸਥਾ, ਹੁਣ ਅਸੀਂ ਡਿਸਕਸ ਕਰਾਂਗੇ ਰਾਜਤੰਤਰੀ ਰਾਜਾਂ ਦੀ ਰਾਜ ਵਿਵਸਥਾ। ਉੱਤਰਵੈਦਿਕ ਕਾਲ ਵਿੱਚ ਅਤੇ ਮਹਾਕਾਲ ਵਿੱਚ ਜ਼ਿਆਦਾਤਰ ਰਾਜਤੰਤਰੀ ਰਾਜ ਸਨ। ਇਹਨਾਂ ਦੀ ਰਾਜ ਵਿਵਸਥਾ ਦੇ ਵਿੱਚ ਰਾਜਾ ਹੁੰਦਾ ਸੀ, ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ। ਰਾਜਾ ਇਹ ਕਬੀਲਿਆਂ ਦੇ ਸਰਦਾਰਾਂ ਤੇ ਛੋਟੇ ਰਾਜਿਆਂ ਦਾ ਸਥਾਨ ਵੱਡੇ ਵੱਡੇ ਸਮਰਾਟਾਂ ਨੇ ਉਸ ਵੇਲੇ ਲੈ ਲਿਆ ਸੀ ਅਤੇ ਇਸ ਕਾਲ ਦੇ ਰਾਜੇ ਆਪਣੇ ਆਪ ਨੂੰ ਅਧਿਰਾਜ, ਰਾਜਾਧਿਰਾਜ, ਸਮਰਾਟ, ਵਿਰਾਟ, ਏਕਾਰਾਟ, ਸਰਵੋਤਮ ਆਦਿ ਕਹਿਣ ਲੱਗ ਪਏ ਸੀਗੇ ਔਰ ਉਹ ਛੋਟੇ ਜਿਹੇ ਕਬੀਲਿਆਂ ਦੇ ਰਾਜੇ ਹੁਣ ਨਹੀਂ ਰਹੇ ਸਨ। ਜਿਵੇਂ ਕਿ ਆਰਸੀ ਮਜ਼ੂਮਦਾਰ ਦੇ ਅਨੁਸਾਰ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਉਸ ਸਮੇਂ ਪੂਰਨ ਤਾਨਾਸ਼ਾਹੀ, ਜਿਸ ਨੂੰ ਪੂਰਬੀ ਤਾਨਾਸ਼ਾਹੀ ਕਹਿੰਦੇ ਹਨ, ਸਿਧਾਂਤਕ ਜਾਂ ਅਸਲੀ ਰੂਪ ਵਿੱਚ ਕਾਇਮ ਸੀ। ਉਸ ਤੋਂ ਬਾਅਦ ਸਭਾ ਤੇ ਸੰਮਤੀ। ਸਭਾ ਤੇ ਸੰਮਤੀ ਜਿਸ ਦੇ ਬਾਰੇ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਉਹ ਰਿਗਵੈਦਿਕ ਸਮੇਂ ਤੋਂ ਹੀ, ਰਿਗਵੈਦਿਕ ਕਾਲ ਤੋਂ ਚੱਲੀਆਂ ਆ ਰਹੀਆਂ ਸੀਗੀਆਂ ਦੋਨੋਂ ਟਰਮਸ ਔਰ ਉੱਤਰਵੈਦਿਕ ਕਾਲ ਦੇ ਸਾਹਿਤ ਵਿੱਚ ਵੀ ਉਹਨਾਂ ਦਾ ਇਹ ਸਪਸ਼ਟ ਵਰਣਨ ਹੈਗਾ ਕਿ ਹੁਣ ਸਭਾ ਤੇ ਸੰਮਤੀ ਦੇ ਉਹ ਅਧਿਕਾਰ ਅਤੇ ਸ਼ਕਤੀਆਂ ਨਹੀਂ ਰਹੀਆਂ ਸਨ ਉਸ ਵੇਲੇ, ਕਿਉਂਕਿ ਹੁਣ ਰਾਜਾਂ ਦੇ ਵਿਸ਼ਾਲ ਹੋ ਜਾਣ ਦੇ ਨਾਲ ਇਹਨਾਂ ਦੇ ਮੈਂਬਰਾਂ ਦਾ ਇਕੱਠੇ ਹੋਣਾ ਹੁਣ ਪੋਸੀਬਲ ਉਹ ਨਹੀਂ ਰਿਹਾ ਸੀਗਾ, ਉਹਨਾਂ ਦਾ ਬੈਠਕਾਂ ਕਰਨਾ ਮੁਸ਼ਕਲ ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਕਿ ਰਾਜ ਅਧਿਕਾਰੀਆਂ ਵਿੱਚ ਵਾਧਾ। ਉੱਤਰ ਵੈਦਿਕ ਕਾਲ ਵਿੱਚ ਰਾਜੇ ਦੀਆਂ ਸ਼ਕਤੀਆਂ ਵਿੱਚ ਵਾਧਾ ਹੋਣ ਦੇ ਨਾਲ ਰਾਜ ਦੇ ਅਧਿਕਾਰੀਆਂ ਦੇ ਵਿੱਚ ਵੀ ਉਸ ਵੇਲੇ ਵਾਧਾ ਹੋ ਗਿਆ ਸੀਗਾ ਔਰ ਉਸ ਵੇਲੇ ਰਿਗਵੈਦਿਕ ਕਾਲ ਵਿੱਚ ਤਾਂ ਕੇਵਲ ਪੁਰੋਹਿਤ, ਸੈਨਾਨੀ ਅਤੇ ਗ੍ਰਾਮਣੀ ਹੁੰਦੇ ਸੀਗੇ ਔਰ ਉਸ ਵੇਲੇ ਬਾਅਦ ਦੇ ਵਿੱਚ ਸਮਗ੍ਰਹਿਤੀ ਜਿਹਨਾਂ ਨੂੰ ਖਜ਼ਾਨਚੀ ਵੀ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਭਾਗਧੂ ਜਿਸ ਨੂੰ ਕਰ ਇਕੱਠਾ ਕਰਨ ਵਾਲਾ ਕਿਹਾ ਜਾਂਦਾ ਸੀ, ਇਸੇ ਤਰ੍ਹਾਂ ਕਸ਼ਤਰੀ ਜੋ ਕਿ ਘਰੇਲੂ ਕੰਮਾਂ ਦਾ ਅਧਿਅਕਸ਼ ਅਥਵਾ ਜਿਸ ਨੂੰ ਚੈਂਬਰਲੇਨ ਕਿਹਾ ਜਾਂਦਾ ਸੀ, ਇਸੇ ਤਰ੍ਹਾਂ ਸੂਤ ਜਿਸ ਨੂੰ ਰਾਥਵਾਨ ਕਿਹਾ ਜਾਂਦਾ ਸੀ, ਉਹ ਅਧਿਕਾਰੀ ਵੀ ਉਸ ਵੇਲੇ ਹੋ ਗਏ ਸਨ। ਉਸ ਤੋਂ ਬਾਅਦ ਨਿਆਂ ਵਿਵਸਥਾ। ਨਿਆਂ ਵਿਵਸਥਾ ਦੀ ਅਸੀਂ ਗੱਲ ਕਰਦੇ ਹਾਂ ਤਾਂ ਰਿਗਵੈਦਿਕ ਕਾਲ ਦੇ ਵਿੱਚ ਰਿਗਵੇਦ ਦੇ ਅਧਿਐਨ ਤੋਂ ਨਿਆਂ ਵਿਵਸਥਾ ਬਾਰੇ ਨਿਸ਼ਚਿਤ ਗਿਆਨ ਸਾਨੂੰ ਪ੍ਰਾਪਤ ਨਹੀਂ ਹੁੰਦਾ। ਸਿਰਫ ਇਹੀ ਕਿਹਾ ਜਾ ਸਕਦਾ ਹੈ ਕਿ ਰਾਜਾ ਆਪ ਉਸ ਵੇਲੇ ਮੁੱਖ ਨਿਆਂਧੀਸ਼ ਹੁੰਦਾ ਸੀ। ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਅਸੀਂ ਮੋਡ ਆਫ ਵਾਰਫੇਅਰ, ਯੁੱਧ ਕਰਨ ਦੇ ਢੰਗ ਉਸ ਵੇਲੇ ਕਿਹੜੇ ਸਨ। ਆਰੀਆ ਲੋਕ ਪੈਦਲ ਜਾਂ ਘੋੜਿਆਂ ਉੱਤੇ ਚੜ੍ਹ ਕੇ ਲੜਿਆ ਕਰਦੇ ਸਨ ਅਤੇ ਰਾਜੇ ਅਤੇ ਮੰਤਰੀ ਆਮ ਤੌਰ ਤੇ ਰੱਥਾਂ ਤੇ ਸਵਾਰ ਹੋ ਕੇ ਲੜਿਆ ਕਰਦੇ ਸਨ। ਲੜਾਈ ਵਿੱਚ ਬਿਗਲ ਬਾਣ ਦੀ ਵਰਤੋਂ ਉਹ ਉਸ ਵੇਲੇ ਕੀਤੀ ਜਾਂਦੀ ਸੀ। ਲੜਾਈ ਵਿੱਚ ਬਿਗਲ, ਸੰਖ ਅਤੇ ਢੋਲ ਆਦਿ ਵੀ ਵਜਾਏ ਜਾਂਦੇ ਸਨ ਔਰ ਜ਼ਹਿਰੀਲੇ ਬਾਣ, ਤੀਰ ਯੂਜ਼ ਕੀਤੇ ਜਾਂਦੇ ਸਨ। ਜਿੱਤ ਪ੍ਰਾਪਤ ਕਰਨ ਦੇ ਲਈ ਵੱਡੇ ਵੱਡੇ ਯੱਗ ਵੀ ਕੀਤੇ ਜਾਂਦੇ ਸਨ।
उस तरह आर्या लोग लड़ाई विच दा पेच जां धोखे तो काम लैना उस वेले पाप समझते सन। वो निहत्थे सुते हुए या जख्मी वैरी उत्ते कभी भी हमला नहीं करते सन और युद्ध दे विच झंडे की वरतों की जाती सी। तां ये तां सी विद्यार्थियों जो असी कीता उन्हां दी राज व्यवस्था दे बारे। हुण असी गल करांगे भारती आर्या दे आर्थिक जीवन दे बारे, उन्हां दी इकनॉमिक लाइफ दे बारे। सब तो पहला असी गल करते हैं पशु पालन की। जदों आर्या भारत विच आए सी तां वो चरवाहियां दी जाति सी अते काफ़ी समय तक वो पशु पालन ही उन्हां दा मुख धंधा रहा सी और ऋग्वेद विच थां थां ते गवालियां दा वर्णन किया गया है जो गऊआं दे झुंडां नूं चारण लई चारगाह दे विच लै जांदे सन। जिवें कि तुसीं देख रहे हो विद्यार्थियों कि रोमीला थापर के अनुसार शायद आर्या दे कबीले गऊ नूं एक पवित्र पशु मनते सन अते इस नूं पूजन योग समझते सन। हिसाब किताब रखण दे लई गऊआं नूं ही एक बहुत ही सन्मानयोग दर्जा दिता जाता सी और लैण देण भी गऊआं दे नाल ही उस वेले कीता जाता सीगा और उस वेले वड्डियां वस्तुआं दा मुੱਲ जदों लाया जाता सी क्योंकि गऊआं दे हिसाब तो सारियां वड्डियां वस्तुआं दा मुੱਲ लगाया जाता सी। इस करके कई बार लोग एक दूजे दीयां गऊआं भी वो चुरा लैंदे, उस वेले चुरा लैंदे सन। गऊआं तो छुट उस वेले घोड़े बलद भेडां बकरियां आदि भी पाले जाते सन। नैक्सट है खेतीबाड़ी। जदों आर्य लोग इस देश विच आके वस गए सी तां उन्हां ने खेतीबाड़ी करनी शुरू कर दी सी और समा बीतण दे नाल दो भागां दे विच वंडी गई सी। खेती पहलां सारे पिंडां दी सांझी हुंदी सी। उर्वरा ते खिलिया ये दो भाग विच वंडी गई सी। उर्वरा वो धरती हुंदी सी जिस विच खेती कीती जांदी सी अते उस उत्ते किसी विशेष परिवार का अधिकार हुंदा सी अते खिलिया वो घाह वाली धरती नूं कहिंदे सन जो कि पिंडां दे लोकां दी सांझी जायदाद समझी जाती सी। उस तो अगे है विद्यार्थियों व्यापार अते नगरां दा उत्थान। व्यापार ते नगरां दा उत्थान भाव कि उस वेले खेती की पैदावार दीयां वाधू वस्तां एक स्थान तो दूजे स्थान लिजाईयां जाण लग पईयां। वड्डे वड्डे जिमीदार ही व्यापारी बन गए सन, वो व्यापार करन लग पे सी। मंडियां कायम हो गईयां सी। अदला बदली दी प्रथा अनुसार ही व्यापार हुंदा सी। इसलिए वड्डियां वड्डियां वस्तां दा मुੱਲ गऊआं दे रूप विच ही चुकाया जांदा सी। आम तौर पर ऋग्वेद तो सानू ये पता लगता है कि जिस वेले एक कोई चीज़ वेच दी जाती सी तां वो विक्री सदा लई पक्की समझी जाती सी। पिछों ना तां वो वापस हो सकती सी अते ना ही उसकी कीमत घट जां वध सकती सी। उस तो बाद गल करदे हां असीं दूजे धंधिਆਂ दी। दूजे धंधिਆਂ ਦੇ ਵਿੱਚ अदर ऑक्यूपेशनस जिवें कि उस वेले प्रसिद्ध धंधा सी कपड़ा बुनना। इस तरह तरखान का भी एक किता सी और लोहार का किता सी। वैद जड़ी बूटियां ते मंत्रां द्वारा रोगियां का इलाज करते सीगे और नाल नाल ऋग्वेद विच शिकारियां का भी जिक्र आया है जो कि तीर कमान अते जाल लैके पशु पंछियां नूं पकड़ते सन। डॉक्टर RS त्रिपाठी के कथन अनुसार कि सब तो वध ध्यान योग गल यह है कि ऋग्वेद के समय विच इन्हां विचों किसी काम नूं भी घटिया नहीं समझा जाता सी जिस तरह कि पिछों होण लगा अते सारे काम कबीले के आज़ाद मैंबरां राहीं कीते जांदे सन। उस तो बाद असीं गल करते हाँ खनिज पदार्थां दी। ऋग्वैदिक काल विच तां आर्या केवल सोना तांबा कांसी आ धातां तो वाकफ सन परंतु उत्तर वैदिक काल के ग्रंथां विच लोहा कली सिक्का शीशा आदि खनिज पदार्थां का भी उल्लेख मिलता है। इस तो बाद असीं विद्यार्थियों चलते हैं समाजिक संस्थावां दे वल। सोशल इंस्टीट्यूशनस जिस दे विच सब तो पहला है परिवार। परिवार दे विच अगे सब तो पहला गल करदे हां असीं मकान दी कि आर्या लोकां ने इधर उधर घूमना छड्ड के मकान बना के उन्होंने रहना शुरू कर दिता सी। उन्होंने मकान मिट्टी अते कखां दे बने हुंदे सन पर खुले अते हवादार हुंदे सन। इस तरह नैक्सट है पिता पुरखी परिवार कि आर्या दे पिता पुरखी परिवार नूं कुल कहा जाता सी अते कुलमुखी नूं कुलपति या गृहपति कहा जाता सी। वो परिवार का सब तो वड्डा आदमी हुंदा सी। विद्यार्थियों एक नंबर का प्रश्न इत्थे एक होर तुहाडे लई तैयार हो गया है कि कुलपति या गृहपति किस नूं कहा जाता सी। परिवार के सब तो वड्डे उम्र के व्यक्ति नूं या बजुर्ग व्यक्ति नूं गृहपति या कुलपति कहा जाता सी।
ਨੈਕਸਟ ਹੈ ਸਾਡੇ ਕੋਲ ਇਸਤਰੀਆਂ ਦੀ ਸਥਿਤੀ। ਇਸਤਰੀਆਂ ਦੀ ਪੋਜੀਸ਼ਨ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਤਾਂ ਰਿਗਵੇਦ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਆਰੀਆ ਦੇ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਬਹੁਤ ਚੰਗੀ ਸੀ। ਉਸ ਸਮੇਂ ਪਰਦੇ ਦੀ ਰਸਮ ਪ੍ਰਚਲਿਤ ਨਹੀਂ ਸੀ ਅਤੇ ਇਸਤਰੀਆਂ ਬਿਨਾਂ ਕਿਸੇ ਰੋਕ ਦੇ ਮਰਦਾਂ ਦੇ ਨਾਲ ਕੰਮ ਕਰਦੀਆਂ ਸਨ ਅਤੇ ਉਹ ਮਰਦਾਂ ਦੀ ਤਰ੍ਹਾਂ ਉੱਚ ਸਿੱਖਿਆ ਵੀ ਪ੍ਰਾਪਤ ਕਰਦੀਆਂ ਸਨ। ਇਸ ਤਰ੍ਹਾਂ ਦੀ ਸਥਿਤੀ ਕਈ ਜਿਵੇਂ ਕਿ ਇੱਥੇ ਕਿ ਕਈ ਇਸਤਰੀਆਂ ਤਾਂ ਬੜੀਆਂ ਹੀ ਵਿਦਵਾਨ ਹੁੰਦੀਆਂ ਸਨ। ਅਪਾਲਾ, ਵਿਸ਼ਵਾਰਾ, ਘੋਸ਼ਾ, ਲੋਪਾਮੁਦਰਾ, ਨਿਵਾਵਰੀ, ਇਹ ਸਾਰੀਆਂ ਇਸਤਰੀਆਂ ਜਿਹੜੀਆਂ ਉਹ ਬਹੁਤ ਹੀ ਸਨਮਾਨਯੋਗ ਦਰਜਾ ਉਸ ਵੇਲੇ ਇਹਨਾਂ ਦਾ ਹੁੰਦਾ ਸੀਗਾ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਕਾਰਜ ਕੀਤਾ ਜਾਂਦਾ ਸੀ ਪਰਿਵਾਰਿਕ ਤੌਰ ਤੇ ਤਾਂ ਇਹਨਾਂ ਦੀ ਸ਼ਮੂਲੀਅਤ ਇਸਤਰੀਆਂ ਦੀ ਬੜੀ ਜ਼ਰੂਰੀ ਸਮਝੀ ਜਾਂਦੀ ਸੀ। ਉਸ ਤੋਂ ਬਾਅਦ ਅੱਗੇ ਅਸੀਂ ਚੱਲਦੇ ਹਾਂ। ਅੱਗੇ ਹੈ ਵਿਦਿਆਰਥੀਓ ਜਾਤੀ ਪ੍ਰਥਾ ਜਾਂ ਵਰਣ ਵਿਵਸਥਾ, ਕਾਸਟ ਸਿਸਟਮ ਔਰ ਵਰਨਾ ਸਿਸਟਮ। ਪਹਿਲਾਂ ਤਾਂ ਵਿਦਿਆਰਥੀਓ 4 ਜਾਤੀਆਂ ਸੀਗੀਆਂ, ਬ੍ਰਾਹਮਣ, ਕਸ਼ਤਰੀਆ, ਵੈਸ਼ ਅਤੇ ਸ਼ੂਦਰ। 4 ਮੁੱਖ ਜਾਤਾਂ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਅਸੀਂ ਰਿਗਵੈਦੀ ਕਾਲ ਵਿੱਚ ਜਦੋਂ ਜਾਤੀ ਪ੍ਰਥਾ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਕੁਝ ਲੇਖਕ ਕਹਿੰਦੇ ਆ ਕਿ ਜਾਤੀ ਪ੍ਰਥਾ ਦੀ ਉਤਪਤੀ ਤਾਂ ਰਿਗਵੈਦਿਕ ਕਾਲ ਵਿੱਚ ਹੀ ਹੋ ਚੁੱਕੀ ਸੀ ਅਤੇ ਆਪਣੇ ਵਿਚਾਰ ਦੀ ਪੁਸ਼ਟੀ ਦੇ ਵਿੱਚ ਉਹ ਰਿਗਵੇਦ ਦੇ 10ਵੇਂ ਮੰਡਲ ਵਿੱਚ ਦਿੱਤੇ ਗਏ ਪ੍ਰਸਿੱਧ ਪੁਰਸ਼ ਸੂਕਤ ਦੀ ਮਿਸਾਲ ਦਿੰਦੇ ਹਨ। ਇਸ ਦੇ ਵਿੱਚ ਇਸ ਸ਼ਲੋਕ ਵਿੱਚ ਕਿਹਾ ਗਿਆ ਹੈ ਕਿ ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ, ਬਾਹਾਂ ਤੋਂ ਕਸ਼ਤਰੀ, ਢਿੱਡ ਤੋਂ ਵੈਸ਼ ਅਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ ਸਨ। ਪਰੰਤੂ ਅੱਜ ਕੱਲ੍ਹ ਦੇ ਵਿਦਵਾਨਾਂ ਅਨੁਸਾਰ ਇਹ ਕਥਨ ਠੀਕ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਲੋਕ ਰਿਗਵੇਦ ਦੇ ਸ਼ਲੋਕਾਂ ਦੇ ਸੈਂਕੜੇ ਸਾਲ ਪਿੱਛੋਂ ਦਾ ਰਚਿਆ ਜਾਪਦਾ ਹੈ, ਜਿਵੇਂ ਕਿ ਇਸ ਦੀ ਬੋਲੀ ਅਤੇ ਵਿਚਾਰ ਤੋਂ ਸਪਸ਼ਟ ਹੁੰਦਾ ਹੈ। ਉਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਦੇ ਹਾਂ ਜਿਵੇਂ ਕਿ ਉੱਤਰ ਵੈਦਿਕ ਕਾਲ ਅਤੇ ਮਹਾਕਾਲ। ਉੱਤਰ ਵੈਦਿਕ ਕਾਲ ਦੇ ਵਿੱਚ ਉਸ ਵੇਲੇ ਕੰਮਕਾਰ ਯੋਗਤਾ ਪੂਰਵਕ ਚਲਾਉਣ ਦੇ ਉਦੇਸ਼ ਨਾਲ ਜਾਤੀ ਪ੍ਰਥਾ ਦਾ ਜਨਮ ਹੋਇਆ ਸੀ, ਅਸੀਂ ਮੰਨਦੇ ਹਾਂ ਔਰ ਰਾਜਿਆਂ ਤੇ ਯੋਧਿਆਂ ਨੇ ਲੜਨ ਅਤੇ ਲੋਕਾਂ ਦੀ ਰੱਖਿਆ ਦਾ ਕੰਮ ਵੀ ਸੰਭਾਲ ਲਿਆ ਸੀਗਾ। ਇਸ ਤਰ੍ਹਾਂ ਕਾਲ ਉਸ ਵੇਲੇ ਜਾਤੀ ਪ੍ਰਥਾ ਸੀ ਜਿਹੜੀ ਉੱਤਰ ਵੈਦਿਕ ਕਾਲ ਅਤੇ ਮਹਾਕਾਲ ਕਾਲ ਦੇ ਵਿੱਚ, ਜਿਵੇਂ ਕਿ ਡਾਕਟਰ ਰਮੀਲਾ ਥਾਪਰ ਇੱਕ ਸਾਨੂੰ ਕਹਿੰਦੇ ਹੈ ਕਿ ਆਰੰਭ ਦੇ ਵਿੱਚ ਤਾਂ ਬ੍ਰਾਹਮਣ, ਕਸ਼ਤਰੀਆ, ਵੈਸ਼ ਅਤੇ ਸ਼ੂਦਰ ਇਹ ਮੇਨ 4 ਜਾਤਾਂ ਹੀ ਸਨ ਔਰ ਬ੍ਰਾਹਮਣ ਨੂੰ ਸਮਾਜ ਦੇ ਵਿੱਚ ਬਹੁਤ ਉੱਚਾ ਸਥਾਨ ਪ੍ਰਾਪਤ ਸੀ, ਕਿਉਂਕਿ ਜਦੋਂ ਜਾਤਾਂ ਦੀ ਇਹ ਵੰਡ ਹੋਈ ਸੀ 4 ਮੁੱਖ ਜਾਤਾਂ ਦੇ ਵਿੱਚ ਤਾਂ ਉਸ ਵੇਲੇ ਕੰਮ ਦੇ ਆਧਾਰ ਤੇ ਜਾਤਾਂ ਬਣੀਆਂ ਸਨ ਕਿ ਜਿਸ ਤਰ੍ਹਾਂ ਦਾ ਕੋਈ ਕਿਸੇ ਦਾ ਕੋਈ ਕੰਮ ਹੁੰਦਾ ਸੀ ਉਸ ਨੂੰ ਉਸੇ ਤਰ੍ਹਾਂ ਦਾ ਹੀ ਕਾਰਜ ਦਿੱਤਾ ਜਾਂਦਾ ਸੀ। ਇਹ ਵੀ ਵਿਦਿਆਰਥੀਓ ਤੁਹਾਡਾ ਇੱਕ ਕੁਐਸਚਨ ਬਣ ਜਾਂਦਾ ਹੈ ਕਿ 4 ਮੁੱਖ ਜਾਤਾਂ ਕਿਹੜੀਆਂ ਸਨ, ਤਾਂ ਤੁਸੀਂ ਦੱਸ ਸਕਦੇ ਹੋ ਕਿ ਬ੍ਰਾਹਮਣ, ਕਸ਼ਤਰੀਆ, ਵੈਸ਼ ਅਤੇ ਸ਼ੂਦਰ। ਬਾਅਦ ਦੇ ਵਿੱਚ ਜਾ ਕੇ ਸ਼ੂਦਰ ਦਾ ਦਰਜਾ ਬਹੁਤ ਹੀ ਨੀਵਾਂ ਹੋ ਗਿਆ ਸੀ, ਉਸ ਨੂੰ ਬਹੁਤ ਹੀ ਕਿਰਨਾਂ ਦੀ ਨਜ਼ਰ ਦੇ ਨਾਲ ਦੇਖਿਆ ਜਾਣ ਲੱਗ ਪਿਆ ਸੀ। ਡਾਕਟਰ ਰਮੀਲਾ ਥਾਪਰ ਕਹਿੰਦੇ ਨੇ ਕਿ ਆਰੰਭ ਵਿੱਚ ਬ੍ਰਾਹਮਣ, ਕਸ਼ਤਰੀਆ, ਵੈਸ਼ ਅਤੇ ਸ਼ੂਦਰ 4 ਮੁੱਖ ਵਰਣ ਸਨ। ਜਦ ਬਾਅਦ ਵਿੱਚ ਬਹੁਤ ਸਾਰੇ ਧੰਦਿਆਂ ਦੇ ਲੋਕਾਂ ਨੇ ਇਹਨਾਂ ਵਰਣਾਂ ਵਿੱਚ ਪ੍ਰਵੇਸ਼ ਕੀਤਾ ਤਾਂ ਉਹਨਾਂ ਦੀਆਂ ਜਾਤੀਆਂ ਭਾਵ ਉਪ ਜਾਤੀਆਂ ਬਣ ਗਈਆਂ ਸਨ। ਉਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਦੇ ਹਾਂ ਵਿਦਿਆਰਥੀਓ ਕਿ ਜਾਤੀ ਪ੍ਰਥਾ ਬਾਅਦ ਦੇ ਵਿੱਚ ਕਿਸ ਤਰ੍ਹਾਂ ਦੀ ਸੀ। ਬਾਅਦ ਦੇ ਵਿੱਚ ਜਿਵੇਂ ਕਿ ਆਪਾਂ ਹੁਣੇ ਗੱਲ ਕੀਤੀ ਹੈ ਕਿ ਪਹਿਲਾਂ ਕਰਮ ਦੇ ਆਧਾਰ ਤੇ ਜਾਤੀ ਪ੍ਰਥਾ ਨਿਸ਼ਚਿਤ ਕੀਤੀ ਜਾਂਦੀ ਸੀ, ਬਾਅਦ ਦੇ ਵਿੱਚ ਜਨਮ ਦੇ ਆਧਾਰ ਤੇ ਜਾਤੀ ਪ੍ਰਥਾ ਨਿਸ਼ਚਿਤ ਹੋਣ ਲੱਗ ਪਈ ਸੀ। ਜਾਤੀ ਪ੍ਰਥਾ ਦਾ ਮਹੱਤਵ ਜਾਂ ਰੋਲ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਸ ਵੇਲੇ ਜਾਤੀ ਬੰਧਨਾਂ ਦੇ ਕਾਰਨ ਲੋਕ ਆਪਣੇ ਆਚਰਣ ਨੂੰ ਸ਼ੁੱਧ ਰੱਖਣ ਦਾ ਯਤਨ ਕਰਦੇ ਸਨ ਔਰ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ 4 ਆਸ਼ਰਮਾਂ ਦੀ ਗੱਲ ਕਰਦੇ ਹਾਂ। 4 ਆਸ਼ਰਮ ਉਸ ਵੇਲੇ ਕਿਹੜੇ ਸਨ? ਬ੍ਰਾਹਮਣ, ਕਸ਼ਤਰੀਆ, ਜਦੋਂ ਪਹਿਲਾਂ 4 ਜਾਤਾਂ ਦੀ ਅਸੀਂ ਗੱਲ ਕਰਦੇ ਹਾਂ, ਬ੍ਰਾਹਮਣ, ਕਸ਼ਤਰੀਆ, ਵੈਸ਼ ਅਤੇ ਸ਼ੂਦਰ ਦੀ। ਜਦੋਂ ਅਸੀਂ ਆਸ਼ਰਮ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ 4 ਆਸ਼ਰਮ ਸਨ। ਬ੍ਰਹਮਚਾਰਿਆ ਆਸ਼ਰਮ, ਇਸੇ ਤਰ੍ਹਾਂ ਗ੍ਰਹਿਸਥ ਆਸ਼ਰਮ, ਫਿਰ ਵਾਨਪ੍ਰਸਥ ਆਸ਼ਰਮ ਅਤੇ ਸੰਨਿਆਸ ਆਸ਼ਰਮ। ਉਸ ਵੇਲੇ ਮੰਨਿਆ ਜਾਂਦਾ ਸੀ ਕਿ ਇੱਕ ਜੋ ਮਨੁੱਖ ਹੈ ਉਸ ਦੀ ਉਮਰ 100 ਸਾਲ ਨਿਸ਼ਚਿਤ ਕੀਤੀ ਜਾਂਦੀ ਸੀ ਔਰ 100 ਸਾਲ ਨੂੰ 25-25 ਸਾਲ ਦੇ 4 ਹਿੱਸਿਆਂ ਦੇ ਵਿੱਚ ਵੰਡ ਲਿਆ ਜਾਂਦਾ ਸੀ। ਫਸਟ ਜੋ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਵਿਦਿਆਰਥੀਓ, ਬ੍ਰਹਮਚਾਰਿਆ ਆਸ਼ਰਮ ਜਨਮ ਤੋਂ ਲੈ ਕੇ 25 ਸਾਲਾਂ ਤੱਕ ਉਹ ਬ੍ਰਹਮਚਾਰਿਆ ਦੀ ਪਾਲਣਾ ਕਰਦਾ ਸੀ, ਉਹ ਐਜੂਕੇਸ਼ਨ ਲੈਂਦਾ ਸੀ ਅੱਛੀ। ਉਸ ਤੋਂ ਬਾਅਦ ਨੈਕਸਟ ਹੈ ਗ੍ਰਹਿਸਥ ਆਸ਼ਰਮ, 26 ਤੋਂ 50 ਸਾਲ ਦੀ ਉਮਰ ਤੱਕ ਉਹ ਗ੍ਰਹਿਸਥੀ ਜੀਵਨ ਆਪਣਾ ਬਤੀਤ ਕਰਦਾ ਸੀ। ਉਸ ਦੇ ਵਿੱਚ ਉਹ ਮਨੁੱਖ ਵਿਆਹ ਕਰਦਾ ਸੀ,
ਸੰਤਾਨ ਪੈਦਾ ਕਰਦਾ ਸੀ, ਧਨ ਕਮਾਉਂਦਾ ਸੀ ਅਤੇ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਉਹ ਪੂਰੀਆਂ ਕਰਦਾ ਸੀ। ਨੈਕਸਟ ਹੈ ਵਾਨਪ੍ਰਸਥ ਆਸ਼ਰਮ, ਜੋ ਅੱਗੇ 51 ਤੋਂ 75 ਸਾਲ ਦਾ ਸਮਾਂ ਸੀ, ਉਹ ਸੀ ਜਿਸ ਨੂੰ ਵਾਨਪ੍ਰਸਥ ਆਸ਼ਰਮ ਕਿਹਾ ਜਾਂਦਾ ਹੈ ਕਿ ਉਹ ਇਹਨਾਂ ਸਾਲਾਂ ਵਿੱਚ ਮਨੁੱਖ ਆਪਣੇ ਘਰਾਂ ਤੋਂ ਦੂਰ ਜੰਗਲਾਂ ਵਿੱਚ ਅਧਿਆਤਮਕ ਅਤੇ ਦਾਰਸ਼ਨਿਕ ਸਿੱਖਿਆ